ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪਈ ਪ੍ਰਭਾਤ ਸੂਰ ਉਜਿਆਰਾ। ਜਦ ਇਹ ਕਸ਼ਮੀਰੀ ਬ੍ਰਾਹਮਣ ਸ਼ਿਵਜੀ ਭਗਵਾਨ ਦੀ ਮੂਰਤੀ ਦੇ ਅੱਗੇ ਇਸੇ ਤਰ੍ਹਾਂ ਚੌਂਕੜੇ ਮਾਰ ਕੇ ਬੈਠੇ ਹਨ ਤਾਂ ਭਗਵਾਨ ਵੱਲੋਂ ਇਹਨਾਂ ਨੂੰ ਇੱਕ ਪੱਤਰਿਕਾ ਦਿੱਤੀ ਗਈ, ਪੱਤਰਿਕਾ ਭੇਜੀ ਗਈ। ਤੋ ਪੱਤਰਿਕਾ ਨੂੰ ਦੇਖਦੇ ਹਨ। ਜਦ ਸੁਬਾਹ ਦਿਨ ਚੜ ਜਾਂਦਾ ਹੈ, ਪਰਿਓ ਸੋ ਕਾਗਦ ਸਭਨ ਨਿਹਾਰਾ। ਇੱਕ ਕਾਗਜ਼ ਦਾ ਟੋਟਾ ਉਹ ਸਭ ਦੇ ਵਿਚਾਲੇ ਵਿਚਕਾਰ ਪਿਆ ਹੋਇਆ ਇਹਨਾਂ ਬ੍ਰਾਹਮਣਾਂ ਨੇ ਦੇਖਣਾ ਕੀਤਾ। ਹਾਥ ਉਠਾਏ ਬਿਲੋਕਾ ਖੋਲਾ। ਔਰ ਇਹਨਾਂ ਨੇ ਉਠਾਇਆ ਇਸ ਕਾਗਜ਼ ਨੂੰ ਔਰ ਇਸ ਨੂੰ ਪੜ੍ਹਨਾ ਕੀਤਾ। ਅੱਖਰ ਸ਼ੁੱਧ ਪਾਠ ਕਰ ਬੋਲਾ। ਤੇ ਇਹਨਾਂ ਦੇ ਵਿੱਚੋਂ ਇੱਕ ਬ੍ਰਾਹਮਣ ਇਸ ਨੂੰ ਪੜ੍ਹਨਾ ਕੀਤਾ, ਜੋ ਸ਼ੁੱਧ ਉਚਾਰਨ ਕਰਕੇ ਸਭਨਾਂ ਨੂੰ ਸੁਣਾਇਆ। ਜਾਨ ਅਚੰਭੈ ਮਿਲ ਸਮੁਦਾਏ। ਹੁਣ ਸਾਰੇ ਕਸ਼ਮੀਰੀ ਬ੍ਰਾਹਮਣ ਇਹ ਇਕੱਠੇ ਹੋਏ ਸਨ। ਇਹ ਕਾਗਜ਼ ਦੇ ਉੱਪਰ ਲਿਖੇ ਹੋਏ ਅੱਖਰ ਪੜ੍ਹ ਕੇ ਬੜੇ ਹੈਰਾਨ ਹੋਏ। ਪਠਤ ਸੁਨਤ ਸਭ ਹਵੈ ਇੱਕ ਥਾਏ। ਹੁਣ ਸਾਰੇ ਇਕੱਤਰਤ ਹੋ ਗਏ, ਇਕੱਠੇ ਹੋ ਗਏ, ਕਿਉਂਕਿ ਦੂਰ ਦੂਰ ਤੱਕ ਬੈਠੇ ਸਨ। ਇਹ ਸਾਰੇ ਪੜ੍ਹਦੇ ਹਨ ਕਿ ਇਸ ਪੱਤਰਿਕਾ ਦੇ ਵਿੱਚ ਕੀ ਕੁਝ ਲਿਖਿਆ ਹੋਇਆ ਹੈ। ਭਲੀ ਭਾਂਤ ਆਸ਼ੈ ਕੋ ਜਾਨ। ਇਸ ਪੱਤਰਿਕਾ ਦੇ ਵਿੱਚ ਜੋ ਆਸ਼ਾ ਲਿਖਿਆ ਹੋਇਆ ਸੀ ਉਹ ਇਹਨਾਂ ਨੇ ਭਲੀ ਭਾਂਤ ਸਮਝ ਲਿਆ ਹੈ। ਕੌਣ ਗੁਰੂ ਅਬ ਕਰੋ ਬਖਾਨ। ਜਿਸ ਪੱਤਰਿਕਾ ਦੇ ਉੱਪਰ ਇਹ ਲਿਖਿਆ ਹੋਇਆ ਸੀ ਕਿ ਹੁਣ ਹਿੰਦੂ ਧਰਮ ਦੇ ਉੱਪਰ ਬੜੀ ਭੀੜ ਪਈ ਹੋਈ ਹੈ, ਵਿਪਤਾ ਪਈ ਹੋਈ ਹੈ, ਪਰ ਹੁਣ ਇਹੋ ਜਿਹਾ ਸਮਾਂ ਹੈ ਕਿ ਇਸ ਵਿਪਤਾ ਤੋਂ ਛੁਟਕਾਰਾ ਕੋਈ ਵੀ ਦਿਵਾਉਣ ਨੂੰ ਸਮਰੱਥ ਨਹੀਂ ਹੈ। ਹੁਣ ਡੁੱਬਦੇ ਹੋਏ ਹਿੰਦੂ ਧਰਮ ਨੂੰ ਜੇਕਰ ਬਚਾਵੇਗਾ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਗੁਰਤਾ ਗੱਦੀ ਤੇ ਜੋ ਗੁਰੂ ਸਾਹਿਬ ਹੁਣ ਵਿਰਾਜਮਾਨ ਹਨ ਨਾ, ਉਹ ਹੀ ਇਸ ਡੁੱਬਦੇ ਹੋਏ ਧਰਮ ਨੂੰ ਬਚਾ ਸਕਦੇ ਹੈ। ਤੁਸੀਂ ਸਾਰੇ ਬ੍ਰਾਹਮਣਾਂ ਨੇ ਇਕੱਠੇ ਹੋ ਕੇ ਉਹਨਾਂ ਦੀ ਸ਼ਰਨ ਦੇ ਵਿੱਚ ਜਾਣਾ ਹੈ, ਬੇਨਤੀ ਕਰਨੀ ਹੈ। ਕੇਵਲ ਤੇ ਕੇਵਲ ਉਹੀ ਗੁਰੂ ਜੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਗੁਰਤਾ ਗੱਦੀ ਤੇ ਬਿਰਾਜਮਾਨ ਹੈ, ਉਹੀ ਡੁੱਬਦੇ ਧਰਮ ਨੂੰ ਬਚਾ ਸਕਣਗੇ। ਤਿਨ ਮੋਹ ਇੱਕ ਦਿਜ ਲਖਹਿ ਬਿਰਤੰਤ। ਤਾਂ ਉਹ ਆਪ ਸਮੇਂ ਵਿਚਾਰ ਕਰਨ ਲੱਗੇ ਜੀ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਗੁਰਤਾ ਗੱਦੀ ਤੇ ਕੌਣ ਬਿਰਾਜਮਾਨ ਹਨ, ਇਸ ਬਾਰੇ ਤੇ ਸਾਨੂੰ ਕੋਈ ਪਤਾ ਨਹੀਂ ਹੈ। ਸਾਰੇ ਵਿਚਾਰਾਂ ਕਰਦੇ ਹਨ ਤੇ ਇਹਨਾਂ ਬ੍ਰਾਹਮਣਾਂ ਦੇ ਵਿੱਚੋਂ ਇੱਕ ਬ੍ਰਾਹਮਣ ਜੋ ਗੁਰੂ ਘਰ ਦੀ ਰਹੁ ਰੀਤੀ ਨੂੰ ਅੱਛੀ ਤਰ੍ਹਾਂ ਜਾਣਦਾ ਸੀ ਤੇ ਜਿਸ ਨੇ ਕਈ ਵਾਰ ਆ ਕੇ ਗੁਰੂ ਮਹਾਰਾਜ ਜੀਆਂ ਦੇ ਦਰਸ਼ਨ ਵੀ ਕੀਤੇ ਸੀ, ਤਾਂ ਇਸ ਨੇ ਸਾਰੀ ਵਾਰਤਾ ਆਪਣੇ ਵੱਲੋਂ ਇਹਨਾਂ ਕਸ਼ਮੀਰੀ ਬ੍ਰਾਹਮਣਾਂ ਨੂੰ ਦੱਸਣਾ ਕੀਤੀ। ਤੇਗ ਬਹਾਦਰ ਗੁਰ ਭਗਵੰਤ। ਉਹ ਕਹਿਣ ਲੱਗਿਆ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਨ, ਉਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ 9ਵੇਂ ਅਸਥਾਨ ਤੇ ਹਨ। ਸਭਨ ਸੁਨਾਵਤ ਬਾਕ ਉਚਾਰਾ। ਸਾਰਿਆਂ ਨੂੰ ਸੁਣਾ ਕੇ ਉਸ ਬ੍ਰਾਹਮਣ ਨੇ ਇਹ ਸਾਰੀ ਗੱਲਬਾਤ ਦੱਸ ਦਿੱਤੀ। ਮੋਤੇ ਸੁਨੋ ਲਖੋ ਜਿਮ ਸਾਰਾ। ਫੇਰ ਕਹਿਣ ਲੱਗਿਆ ਵੀ ਜਿਸ ਤਰ੍ਹਾਂ ਮੈਂ ਜਾਣਦਾ ਹਾਂ ਗੁਰੂ ਘਰ ਦੀ ਬਾਬਤ, ਔਰ ਮੈਂ ਤੁਹਾਨੂੰ ਸਾਰੀ ਗੱਲਬਾਤ ਦੱਸ ਦਿੰਦਾ ਹਾਂ। ਸ੍ਰੀ ਹਰਿ ਗੋਬਿੰਦ ਪੂਰਬ ਆਏ। ਕਹਿਣ ਲੱਗਿਆ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦਾ 6ਵਾਂ ਸਰੂਪ ਜਾਣੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹ ਵੀ ਇੱਕ ਦਫਾ ਇੱਕ ਸਮੇਂ ਇਸ ਕਸ਼ਮੀਰ ਦੇ ਵਿੱਚ ਪਹੁੰਚੇ ਸਨ। ਬ੍ਰਿਧਾ ਪ੍ਰੇਮ ਵੱਡ ਧਰਿਓ ਬੁਲਾਏ। ਇੱਕ ਬਿਰਧ ਮਾਤਾ ਭਾਗ ਭਰੀ ਨਾਮ ਕਰਕੇ ਇਸ ਨੇ ਮਨ ਹੀ ਮਨ ਦੇ ਵਿੱਚ ਬੜਾ ਅਥਾਹ ਪ੍ਰੇਮ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਨਾਲ ਰੱਖਿਆ। ਮਨ ਹੀ ਮਨ ਦੇ ਵਿੱਚ ਬੜੇ ਪਿਆਰ ਬੜੇ ਬੈਰਾਗ ਦੇ ਨਾਲ ਬੇਨਤੀਆਂ ਕਰਦੀ ਤੇ ਉਹ ਸਤਿਗੁਰੂ ਉਸ ਮਾਤਾ ਦੀਆਂ ਬੇਨਤੀਆਂ ਨੂੰ ਮੰਨ ਕੇ ਇਸ ਕਸ਼ਮੀਰ ਦੇ ਵਿੱਚ ਪਹੁੰਚੇ ਸਨ। ਦਰਸ਼ਨ ਕੋ ਨਿਹਾਲ ਕਰ ਗਏ। ਇੱਥੇ ਆ ਕੇ ਜੋ ਨਾਮ ਬਾਣੀ ਦਾ ਸਤ ਦਾ ਉਪਦੇਸ਼ ਦਿੱਤਾ
ਤੇ ਬੜੀਆਂ ਸਿੱਖ ਸੰਗਤਾਂ ਨੂੰ ਨਿਹਾਲ ਕੀਤਾ। ਪੰਜ ਪੁੱਤਰ ਤਿਨਕੇ ਬਰ ਭਏ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਅੱਗੇ 5 ਸਾਹਿਬਜ਼ਾਦੇ ਹੋਏ, ਪੌਤਰਾ ਗਾਦੀ ਪਰ ਬੈਠਾਏ। ਪਰ ਉਹਨਾਂ ਨੇ ਜੋ ਗੁਰਤਾ ਗੱਦੀ ਅੱਗੇ ਦਿੱਤੀ ਉਹ ਆਪਣੇ ਪੋਤਰੇ ਨੂੰ ਬਖਸ਼ਣਾ ਕੀਤੀ। ਸ੍ਰੀ ਹਰਗੋਬਿੰਦ ਗਏ ਸਮਾਏ, ਆਪਣੇ ਪੋਤਰੇ ਜਾਣੇ ਧੰਨ ਗੁਰੂ ਹਰ ਰਾਏ ਸਾਹਿਬ ਜੀਆਂ ਨੂੰ ਗੁਰਤਾ ਗੱਦੀ ਬਖਸ਼ੀ, ਔਰ ਆਪ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾ ਗਏ। ਤਿੰਨ ਸੁਤ ਸ੍ਰੀ ਹਰਿ ਕ੍ਰਿਸ਼ਨ ਭਏ ਹੈ। ਫਿਰ ਧੰਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀਆਂ ਦੇ ਸਾਹਿਬਜ਼ਾਦੇ ਅੱਗੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਹੋਏ। ਬਾਲ ਬੈਸ ਗੁਰ ਪੂਜ ਥੀਏ ਹੈ, ਜੋ ਬਾਲਕ ਅਵਸਥਾ ਦੇ ਵਿੱਚ ਹੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਸ਼੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ, ਜਿਨ੍ਹਾਂ ਦੇ ਦਰਸ਼ਨ ਕਰਕੇ ਹੀ ਇਨਸਾਨ ਦੇ ਜੀਵਾਂ ਦੇ ਦੁੱਖ ਟੁੱਟ ਜਾਂਦੇ ਸਨ। ਸ਼੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ। ਤੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਤਕਰੀਬਨ 5 ਸਾਲ ਦੀ ਆਯੂ ਦੇ ਵਿੱਚ, ਇੰਨੀ ਛੋਟੀ ਆਯੂ ਦੇ ਵਿੱਚ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਸੰਮਤ ਦਵੈ ਗਾਦੀ ਪਰ ਰਹੇ। ਫਿਰ ਇੱਕ ਹੋਰ ਗੱਲ ਕਿ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਤਕਰੀਬਨ 2 ਸਾਲ ਦਾ ਸਮਾਂ ਹੀ ਗੁਰਤਾ ਗੱਦੀ ਤੇ ਬਿਰਾਜਮਾਨ ਰਹੇ, ਔਰ ਥੋੜੇ ਸਮੇਂ ਬਾਅਦ ਹੀ ਜੋਤੀ ਜੋਤ ਸਮਾ ਜਾਂਦੇ ਹਨ। ਤਨ ਕੇ ਅੰਤ ਤਿਨਹੁ ਬਚ ਕਹੇ, ਜਿਸ ਵਕਤ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾਏ, ਔਰ ਅੰਤ ਦੇ ਸਮੇਂ ਜਾਣ ਤੋਂ ਪਹਿਲਾਂ ਆਪਣੀਆਂ ਸਿੱਖ ਸੰਗਤਾਂ ਦੇ ਵਿੱਚ ਇਹ ਕੁਝ ਬਚਨ ਕਹਿ ਗਏ। ਅਬ ਗੁਰ ਬਾਬਾ ਬਸਹਿ ਬਕਾਲੇ, ਕਿਉਂਕਿ ਅੱਗੇ ਗੁਰਤਾ ਗੱਦੀ ਕਿਸ ਨੂੰ ਬਖਸ਼ਣੀ ਹੈ ਇਹ ਤੇ ਕੋਈ ਬਚਨ ਕੀਤਾ ਨਹੀਂ ਸੀ। ਜਦ ਸਿੱਖ ਸੰਗਤਾਂ ਨੇ ਵੀ ਬੇਨਤੀਆਂ ਕੀਤੀਆਂ ਤਾਂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀਆਂ ਨੇ ਬਸ ਇੰਨਾ ਹੀ ਇਸ਼ਾਰਾ ਕੀਤਾ ਸੀ ਕਿ ਹੁਣ ਗੁਰੂ ਬਾਬਾ ਜੀ ਬਕਾਲੇ ਦੇ ਵਿੱਚ ਵਸਦੇ ਹਨ। ਆਪ ਗਮਨ ਬੈਕੁੰਠ ਸੰਭਾਲੇ, ਤੇ ਬਕਾਲੇ ਦੇ ਵਿੱਚ ਵਸਦੇ ਹਨ। ਜੋ ਅੱਗੇ 9ਵੇਂ ਥਾਂ ਤੇ ਗੁਰੂ ਪਾਤਸ਼ਾਹ ਹਨ ਉਹ ਹੁਣ ਬਕਾਲੇ ਦੇ ਵਿੱਚ ਹਨ। ਇੰਨਾ ਹੀ ਇਸ਼ਾਰਾ ਕੀਤਾ ਕਿ ਬਾਬਾ ਹੁਣ ਬਕਾਲੇ ਵਸ ਰਿਹਾ ਹੈ। ਤਾਂ ਇਹ ਇਸ਼ਾਰਾ ਕਰਨ ਤੋਂ ਬਾਅਦ ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਤੇ ਜੋਤੀ ਜੋਤ ਸਮਾ ਜਾਂਦੇ ਹਨ। ਸ੍ਰੀ ਗੁਰੂ ਤੇਗ ਬਹਾਦਰ ਹੈ। ਹੁਣ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੋ ਬਕਾਲੇ ਦੇ ਵਿੱਚ ਰਹਿੰਦੇ ਸਨ, ਗੁਰਤਾ ਗੱਦੀ ਉਹਨਾਂ ਨੂੰ ਪ੍ਰਾਪਤ ਹੋਈ ਤੇ ਅੱਜ ਗੁਰਤਾ ਗੱਦੀ ਤੇ ਬਿਰਾਜਮਾਨ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਨ। ਚੌਹਾਂ ਦੇਸ਼ ਬਿਦਤ ਭਏ ਸਿੱਖ ਲੈ ਹੈ। ਔਰ ਚਾਰੇ ਦਿਸ਼ਾਵਾਂ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦਾ ਜਸ ਬੜਾ ਫੈਲਿਆ ਹੋਇਆ ਹੈ। ਬੇਅੰਤ ਸਿੱਖ ਸੰਗਤਾਂ ਆ ਕੇ ਸਤਿਗੁਰੂ ਮਹਾਰਾਜ ਜੀਆਂ ਦੇ ਚਰਨਾਂ ਤੇ ਨਮਸਕਾਰਾਂ ਕਰਦੇ, ਚਰਨਾਂ ਅੰਮ੍ਰਿਤ ਲੈ ਕੇ ਗੁਰੂ ਕੇ ਸਿੱਖ ਬਣਦੇ ਹਨ। ਤਿੰਨ ਢਿੱਗ ਚੱਲੋ ਉਬਾਰ ਹੈ ਧਰਮ। ਤੇ ਇਹ ਜੋ ਪੱਤਰਕਾ ਦੇ ਵਿੱਚ ਲਿਖਿਆ ਹੋਇਆ ਹੈ ਨਾ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਗੁਰਤਾ ਗੱਦੀ ਤੇ ਜੋ ਗੁਰੂ ਬਿਰਾਜਮਾਨ ਹਨ ਉਹਨਾਂ ਦੇ ਚਰਨਾਂ ਦੇ ਵਿੱਚ ਜਾ ਕੇ ਬੇਨਤੀਆਂ ਕਰੋ, ਉਹਨਾਂ ਦੇ ਚਰਨ ਪਕੜੋ, ਤਾਂ ਤੇ ਹਿੰਦੂ ਧਰਮ ਜੋ ਡੁੱਬਦਾ ਜਾ ਰਿਹਾ ਹੈ, ਦੁਸ਼ਟ ਬਾਦਸ਼ਾਹ ਔਰੰਗਜ਼ੇਬ ਇਸ ਧਰਮ ਨੂੰ ਖਤਮ ਕਰਨ ਤੇ ਤੁਲਿਆ ਹੋਇਆ ਹੈ। ਕੇਵਲ ਤੇ ਕੇਵਲ ਉਹੀ ਗੁਰੂ ਪਾਤਸ਼ਾਹ ਜਾਣੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਵੱਲ ਹੀ ਇਸ਼ਾਰਾ ਹੈ। ਤਾਜ ਕਰ ਲੋਕ ਸ਼ਰਮ ਅਰ ਭਰਮ। ਆਪਾਂ ਸਾਰੇ ਬ੍ਰਾਹਮਣ ਇਸੇ ਤਰ੍ਹਾਂ ਕਰੀਏ, ਸਾਰੀ ਹਿੰਦੂ ਜਨਤਾ ਇਕੱਠੀ ਹੋ ਕੇ ਸਾਰੇ ਵਹਿਮ ਭਰਮ ਛੱਡ ਕੇ ਉਹਨਾਂ ਦੀ ਸ਼ਰਨ ਦੇ ਵਿੱਚ ਪਹੁੰਚ ਜਾਈਏ। ਬਿਦਤ ਜਗਤ ਮੈਂ ਗੁਰਤਾ ਗਾਦੀ। ਉਹੀ ਹੁਣ ਗੁਰਤਾ ਗੱਦੀ ਤੇ ਬਿਰਾਜਮਾਨ ਹਨ। ਸ੍ਰੀ ਨਾਨਕ ਜੀਤੇ ਸਭ ਬਾਦੀ। ਫਿਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਬੜੇ ਵਾਦ ਵਿਵਾਦ ਝਗੜਾ ਕਰਨ ਵਾਲੇ ਉਹ ਬਚਨਾਂ ਦੇ ਨਾਲ ਹੀ ਜਿੱਤ ਲਏ। ਬਚਨ ਹੀ ਇਸ ਪ੍ਰਕਾਰ ਦੇ ਕਰਨੇ ਕਿ ਭਾਵੇਂ ਅੱਗੇ ਕਿਸੇ ਵੀ ਤਰ੍ਹਾਂ ਦਾ ਵਾਦ ਵਿਵਾਦ ਕਰਨ ਵਾਲਾ, ਝਗੜਾ ਕਰਨ ਵਾਲਾ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਪਵਿੱਤਰ ਅੰਮ੍ਰਿਤਮਈ ਮਿੱਠੇ ਮਿੱਠੇ ਬਚਨ ਕਹਿਣੇ ਤੇ ਸਭ ਦੇ ਮਨ ਸ਼ਾਂਤ ਕਰ ਦਿੰਦੇ ਸਨ। ਸਰਬ ਕਲਾ ਸਮਰੱਥ ਸਭ ਕਾਲਾ।
ਸਰਬ ਕਲਾ ਸਮਰੱਥ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਨ। ਚਹਿ ਸੋ ਕਰੈ ਪ੍ਰਤਾਪ ਵਿਸਾਲਾ। ਅਰ ਉਹੀ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦਾ ਸਰੂਪ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਨ। ਹੁਣ ਜੋ ਵੀ ਕੁਝ ਚਾਹਣ ਇਹ ਉਹੀ ਕਰਤੱਵ ਬਚਨ ਕਰਕੇ ਹੀ ਕਰ ਸਕਦੇ ਹਨ। ਕੋਸ ਹਜ਼ਾਰੋਂ ਸਿੱਖ ਸਹਾਇਕ। ਹਜ਼ਾਰਾਂ ਕੋਹਾਂ ਤੇ ਸਿੱਖ ਸੇਵਕ ਵਸਣ ਵਾਲੇ ਤੇ ਉਹਨਾਂ ਦੀ ਵੀ ਮਦਦ ਰੂਹਾਨੀ ਤਾਕਤ ਦੇ ਨਾਲ ਸਤਿਗੁਰੂ ਕਰਦੇ ਹਨ। ਸੁਨਤ ਰਹੇ ਨਿਤ ਸਹਿਜ ਸੁਭਾਇਕ। ਸਹਿਜ ਸੁਭਾਏ ਹੀ ਇਸੇ ਤਰ੍ਹਾਂ ਦੇ ਬਚਨ ਕਿ ਫਲਾਣੇ ਗੁਰਸਿੱਖ ਦੀ ਫਲਾਣੇ ਥਾਂ ਤੇ ਹਜ਼ਾਰਾਂ ਮੀਲਾਂ ਤੇ ਸਹਾਇਤਾ ਕੀਤੀ। ਇਹ ਬਹੁਤ ਸਾਰੇ ਬਚਨ ਮੈਂ ਵੀ ਸੁਣਨਾ ਕੀਤੇ। ਸੁਨ ਦਿਜ ਗਨ ਨਿਸ਼ਚੈ ਮਨ ਆਇਓ। ਜਦ ਕਸ਼ਮੀਰ ਦੇ ਹੋਰ ਸਾਰੇ ਪੰਡਤਾਂ ਨੇ ਇੱਕ ਬ੍ਰਾਹਮਣ ਦੇ ਪਾਸੋਂ ਇਹ ਗੁਰੂ ਘਰ ਦੀ ਮਹਿਮਾ ਇਸ ਤਰ੍ਹਾਂ ਸੁਣੀ, ਸਰਵਣ ਕੀਤੀ ਤੇ ਸਾਰਿਆਂ ਦੇ ਮਨ ਦੇ ਵਿੱਚ ਦ੍ਰਿੜ ਨਿਸ਼ਚਾ ਹੋ ਗਿਆ, ਪੱਕਾ ਨਿਸ਼ਚਾ ਹੋ ਗਿਆ ਕਿ ਇਹ ਜੋ ਪੱਤਰਕਾ ਦੇ ਵਿੱਚ ਲਿਖਿਆ ਹੈ ਨਾ ਕਿ ਤੁਹਾਡਾ ਧਰਮ ਉਹੀ ਬਚਾਵੇਗਾ ਜੋ ਹੁਣ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਗੁਰਤਾ ਗੱਦੀ ਤੇ ਬਿਰਾਜਮਾਨ ਹਨ। ਇਸ ਬ੍ਰਾਹਮਣ ਦੇ ਪਾਸੋਂ ਗੁਰੂ ਘਰ ਦੀ ਮਹਿਮਾ ਸੁਣ ਕੇ ਇਹਨਾਂ ਨੂੰ ਧੀਰਜ ਆਈ ਕਿ ਹੁਣ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਡੇ ਨਸ਼ਟ ਹੁੰਦੇ ਧਰਮ ਨੂੰ, ਖਤਮ ਹੁੰਦੇ ਧਰਮ ਨੂੰ ਜ਼ਰੂਰ ਬਚਾ ਲੈਣਗੇ। ਸ਼ਿਵ ਕੋ ਲਿਖਿਓ ਸਭਨ ਸ਼ੁਭ ਪਾਇਓ। ਸ਼ਿਵ ਜੀ ਭਗਵਾਨ ਦੀ ਲਿਖੀ ਹੋਈ ਪੱਤਰਕਾ ਜੋ ਇਹਨਾਂ ਨੂੰ ਮਿਲੀ ਸੀ ਔਰ ਇਹ ਸਾਰੇ ਦੇਸ਼ ਦੇਖ ਕੇ ਬੜੇ ਖੁਸ਼ ਪ੍ਰਸੰਨ ਹੋਏ। ਬਾਰ ਬਾਰ ਤੇ ਬੰਦਨ ਕਰਕੇ। ਬਾਰ ਬਾਰ ਇਹਨਾਂ ਨੇ ਆਪਣੇ ਭਗਵਾਨ ਦੇ ਚਰਨਾਂ 'ਚ ਮੱਥਾ ਟੇਕਿਆ, ਨਮਸਕਾਰਾਂ ਕੀਤੀਆਂ। ਉੱਥੇ ਵਿਪਰ ਆਏ ਵਿੱਚ ਪੁਰ ਕੇ। ਉਸ ਸਥਾਨ ਤੇ ਆਪਣੇ ਭਗਵਾਨ ਦੀ ਮੂਰਤੀ ਦੇ ਅੱਗੇ ਇਹਨਾਂ ਨੇ ਨਮਸਕਾਰਾਂ ਕੀਤੀਆਂ, ਮੱਥੇ ਟੇਕੇ। ਇਕੱਠੇ ਹੋ ਕੇ ਫਿਰ ਪੰਜਾਬ ਦੇ ਵੱਲ ਚੱਲ ਪੈਂਦੇ ਹਨ। ਪੂਰਬ ਮਦਰ ਦੇਸ਼ ਕੋ ਚੱਲੀਐ ਹੈ। ਵਿਚਾਰ ਕਰਕੇ ਹੁਣ ਪੰਜਾਬ ਦੇ ਵੱਲ ਆਉਣ ਦੀ ਤਿਆਰੀ ਕਰ ਲਈ ਹੈ। ਖੋਜ ਖੋਜ ਸਤਿਗੁਰ ਕੋ ਮਿਲੀਐ ਹੈ। ਸੋਚਦੇ ਹਨ ਕਿ ਛੇਤੀ ਜਾ ਕੇ ਸਤਿਗੁਰਾਂ ਦੇ ਦਰਸ਼ਨ ਕਰ ਲਈਏ। ਆਸ ਮਸਲਤ ਕਰ ਮੁਖ ਜੋ ਪਰੇ ਪੁਰ ਕੇ। ਇਸ ਤਰ੍ਹਾਂ ਦੀ ਜਦ ਸਲਾਹ ਕੀਤੀ ਹੈ ਹਰ ਕਸ਼ਮੀਰ ਦੇ ਵਿੱਚ ਰਹਿਣ ਵਾਲੇ ਮੁਖੀ ਬ੍ਰਾਹਮਣ ਹਨ। ਗਮਨੇ ਮਗ ਮਿਲਵੇ ਹਿਤ ਗੁਰ ਕੇ। ਹੁਣ ਰਸਤੇ ਚੱਲ ਪੈਂਦੇ ਹਨ ਕਿ ਗੁਰੂ ਮਹਾਰਾਜ ਜੀਆਂ ਦੇ ਜਾ ਕੇ ਦਰਸ਼ਨ ਕਰੀਏ ਔਰ ਸਤਿਗੁਰਾਂ ਨੂੰ ਬੇਨਤੀਆਂ ਕਰ ਦਈਏ। ਉਲੰਘ ਪਹਾੜ ਪੀਰ ਪੰਜਾਲ। ਪੰਜਾਲ ਨਾਮ ਦਾ ਪਹਾੜ ਇਹ ਵੀ ਲੰਘ ਗਏ ਹਨ। ਰਤਨ ਪੰਜਾਲ ਤਿਆਗ ਪਗ ਚਾਲ। ਰਤਨ ਪੰਜਾਲ ਆਦਿ ਨਗਰੀ ਇਸ ਸਥਾਨ ਤੇ ਬਸਦੀ ਸੀ। ਉਹਨਾਂ ਸਮਿਆਂ ਦੇ ਵਿੱਚ ਇੱਕ ਪਹਾੜ ਦਾ ਨਾਮ ਵੀ ਇਹੀ ਪੈਂਦਾ ਸੀ। ਜਾਣੇ ਇਹ ਸਥਾਨ ਨੂੰ ਵੀ ਲੰਘ ਕੇ ਆ ਗਏ ਹਨ। ਬਸੇ ਰਜੌਰੀਪੁਰ ਮਹਿ ਆਏ। ਰਜੌਰੀਪੁਰ ਦੇ ਵਿੱਚ ਥੋੜਾ ਸਮਾਂ ਇਹਨਾਂ ਨੇ ਬਤੀਤ ਕੀਤਾ। ਤਾਜ ਭੀਮਪਰ ਗਮਨੇ ਅਗਵਾਏ। ਭੀਮਪਰ ਨਾਮ ਦਾ ਸਥਾਨ ਲੰਘ ਕੇ ਅੱਗੇ ਪਹੁੰਚ ਗਏ ਹਨ। ਸਭ ਪਹਾੜ ਉਲੰਘੇ ਪੁੰਨ ਦੇਸ਼। ਇਸੇ ਤਰ੍ਹਾਂ ਕਸ਼ਮੀਰ ਦੇ ਪਹਾੜਾਂ ਨੂੰ ਉਲੰਘ ਕੇ ਅੱਗੇ ਨੂੰ ਆਉਂਦੇ ਹਨ। ਗ੍ਰਾਮ ਨਗਰ ਪਿਖ ਤਿਆਗ ਅਸ਼ੇਸ਼। ਬਹੁਤ ਸਾਰੇ ਗ੍ਰਾਮ, ਬਹੁਤ ਸਾਰੇ ਨਗਰਾਂ ਨੂੰ ਛੱਡ ਕੇ ਅੱਗੇ ਚਲੇ ਆ ਰਹੇ ਹਨ। ਸ੍ਰੀ ਅੰਮ੍ਰਿਤਸਰ ਪਹੁੰਚੇ ਆਏ। ਇਸ ਤਰ੍ਹਾਂ ਚਲਦੇ ਚਲਦੇ ਕਸ਼ਮੀਰੀ ਬ੍ਰਾਹਮਣ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਅਸਥਾਨ ਤੇ ਪਹੁੰਚ ਜਾਂਦੇ ਹਨ। ਤਹਿ ਤੇ ਸੁਧ ਸਤਿਗੁਰ ਕੀ ਪਾਏ। ਉਸ ਅਸਥਾਨ ਤੋਂ ਗੁਰਸਿੱਖਾਂ ਦੇ ਪਾਸੋਂ ਸਾਰੀ ਖਬਰ ਪੁੱਛਣਾ ਕੀਤੀ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਗੁਰਤਾ ਗੱਦੀ ਤੇ ਬਿਰਾਜਮਾਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹੁਣ ਕਿਤੇ ਨਿਵਾਸ ਰੱਖਦੇ ਹਨ। ਤੀਰਥ ਪੂਰਬ ਕੇ ਕਰ ਸਾਰੇ। ਉਹਨਾਂ ਨੇ ਸਾਰੀ ਵਾਰਤਾ ਦੱਸੀ ਕਿ ਕਾਫੀ ਸਮਾਂ ਹੋਇਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ਼੍ਰੀ ਅਨੰਦਪੁਰ ਸਾਹਿਬ ਤੋਂ ਪੂਰਬ ਦੇ ਇਲਾਕੇ ਦੇ ਵੱਲ ਜਾਣੇ ਤੀਰਥ ਯਾਤਰਾ ਤੇ ਗਏ ਹੋਏ ਸਨ। ਤੀਰਥ ਯਾਤਰਾ ਦਾ ਬਹਾਨਾ ਲੈ ਕੇ ਸਤਿਗੁਰੂ ਮਹਾਰਾਜ ਜੀਆਂ ਨੇ ਬਹੁਤ ਸਾਰੇ ਸਿੱਖ ਸੇਵਕਾਂ ਦਾ ਭਲਾ ਕਰਨਾ ਸੀ। ਬਹੁਤ ਸਾਰੇ ਰੱਬ ਤੋਂ ਵਿਛੜੇ ਹੋਇਆਂ ਨੂੰ ਵਾਹਿਗੁਰੂ ਦੇ ਨਾਲ ਮਿਲਾਉਣਾ ਸੀ। ਬਹੁਤ ਸਾਰੇ ਦੁਖੀਆਂ ਦੇ ਦੁੱਖ ਦੂਰ ਕਰਨੇ ਸੀ। ਤੀਰਥ ਯਾਤਰਾ ਦਾ ਬਹਾਨਾ ਲੈ ਕੇ ਇਹਨਾਂ ਗੁਰਸਿੱਖਾਂ ਨੇ ਬ੍ਰਾਹਮਣਾਂ ਨੂੰ ਦੱਸਣਾ ਕੀਤਾ
ਕਿ ਪੂਰਬ ਦੇ ਵੱਲ ਤੀਰਥ ਯਾਤਰਾ ਤੇ ਕਾਫੀ ਸਮੇਂ ਦੇ ਸਤਿਗੁਰੂ ਗਏ ਸਨ। ਅਬ ਆਨੰਦਪੁਰ ਬਸੈ ਉਦਾਰੇ। ਹੁਣ ਥੋੜਾ ਸਮਾਂ ਹੋਇਆ ਹੈ ਕਿ ਸਤਿਗੁਰੂ ਵਾਪਸ ਆ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਨਿਵਾਸ ਰੱਖਦੇ ਹਨ। ਚੌਹਾਂ ਦਿਸ਼ ਕੀ ਗਨ ਸੰਗਤ ਆਵੈ। ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹੀ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਚਾਰੇ ਦਿਸ਼ਾਵਾਂ ਦੀ ਸੰਗਤ ਚੱਲ ਚੱਲ ਕੇ ਆਉਂਦੀ ਹੈ। ਬੜੀਆਂ ਸਿੱਖ ਸੰਗਤਾਂ ਦਾ ਇਕੱਠ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸਤਿਗੁਰਾਂ ਦੇ ਪਾਸ ਹੁੰਦਾ ਹੈ। ਪਾਏ ਕਾਮਨਾ ਸੀਸ ਨਿਵਾਵੈ। ਤੇ ਸਤਿਗੁਰਾਂ ਦੀ ਵਡਿਆਈ ਜਸ ਗੁਰੂ ਕਾ ਜਸ ਗੁਰੂ ਕਾ ਸਿੱਖ ਕਰਦਾ ਹੀ ਹੈ। ਜਿੱਥੇ ਕਿਤੇ ਗੁਰੂ ਦੀ ਵਾਰਤਾ ਚੱਲੇ ਤੇ ਆਪਣੇ ਗੁਰੂ ਦੀ ਬਾਬਤ ਦੱਸਦਾ ਹੀ ਹੈ ਗੁਰਸਿੱਖ। ਤੇ ਇਹਨਾਂ ਗੁਰਸਿੱਖਾਂ ਨੇ ਵੀ ਸਤਿਗੁਰਾਂ ਦੀ ਬੜੀ ਮਹਿਮਾ ਸੁਣਾਉਣਾ ਕੀਤੀ ਕਿ ਦੇਖੋ ਸਤਿਗੁਰਾਂ ਦੇ ਪਾਸ ਤੇ ਦਰਸ਼ਨ ਕਰਨ ਦਾ ਹੀ ਬਹੁਤ ਵੱਡਾ ਫਲ ਹੈ। ਫਿਰ ਜੇਕਰ ਕੋਈ ਆਪਾਂ ਉੱਥੇ ਜਾ ਕੇ ਸੇਵਾ ਕਰੀਏ, ਕੋਈ ਵਚਨ ਵਿਲਾਸ ਕਰੀਏ, ਕੋਈ ਮਨ ਦੇ ਵਿੱਚ ਕਾਮਨਾ ਹੋਵੇ, ਬੇਨਤੀ ਕਰੀਏ ਤੇ ਸਤਿਗੁਰੂ ਮਹਾਰਾਜ ਜੀ ਸਭ ਦੀ ਆਸ਼ਾ ਪੂਰੀ ਕਰਦੇ ਹਨ। ਬੈਠੇ ਸ੍ਰੀ ਨਾਨਕ ਮਸਨੰਦ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਗੁਰਤਾ ਗੱਦੀ ਤੇ ਹੁਣ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਨ। ਸਤਿਗੁਰ ਤੇਗ ਬਹਾਦਰ ਚੰਦ। ਸਤਿਗੁਰੂ ਮਹਾਰਾਜ ਜੀਆਂ ਦਾ ਜਸ ਚੰਦਰਮਾ ਦੀ ਤਰ੍ਹਾਂ, ਜਿਸ ਤਰ੍ਹਾਂ ਪੂਰਨਮਾਸੀ ਦਾ ਚੰਦਰਮਾ ਔਰ ਇਸ ਦੀ ਰੋਸ਼ਨੀ ਬੜੀ ਦੂਰ ਤੱਕ ਜਾਣੇ ਸਾਰੀ ਦੁਨੀਆ ਦੇ ਉੱਪਰ ਫੈਲਦੀ ਹੈ ਤੇ ਸਤਿਗੁਰਾਂ ਦਾ ਜਸ ਵੀ ਹੁਣ ਸਾਰੀ ਦੁਨੀਆ ਦੇ ਵਿੱਚ ਫੈਲਿਆ ਹੈ। ਸਰਬ ਕਲਾ ਸਮਰੱਥ ਗੁਣ ਖਾਨੀ। ਔਰ ਸਰਬ ਕਲਾ ਸਮਰੱਥ ਹਨ ਸਤਿਗੁਰੂ, ਗੁਣਾਂ ਦੀ ਖਾਨ ਹਨ। ਧੀਰਜ ਧਰਮ ਧਾਮ ਬ੍ਰਹਮ ਗਿਆਨੀ। ਔਰ ਬੜੇ ਧੀਰਜਵਾਨ ਹਨ ਤੇ ਗਿਆਨਵਾਨ ਹਨ। ਦਿਜ ਗਨ ਸੁਨ ਜਸ ਵਧਿਓ ਆਨੰਦ। ਜਦ ਇਹਨਾਂ ਨੇ ਵੀ ਗੁਰਸਿੱਖਾਂ ਨੇ ਜਸ ਸੁਣਾਇਆ ਕਿ ਸਤਿਗੁਰੂ ਮਹਾਰਾਜ ਜੀਆਂ ਦੇ ਦਰ ਤੇ ਜੋ ਵੀ ਜਾਵੇ ਉਹ ਖਾਲੀ ਨਹੀਂ ਮੁੜਦਾ। ਦੁਖੀਆਂ ਦੇ ਦੁੱਖ ਦੂਰ ਹੁੰਦੇ ਹਨ, ਰੋਗੀਆਂ ਦੇ ਰੋਗ ਦੂਰ ਹੁੰਦੇ ਹਨ। ਔਰ ਜਿਨ੍ਹਾਂ ਨੂੰ ਘਰ ਦੇ ਵਿੱਚ ਪੁੱਤਰ ਨਹੀਂ ਹੈ ਉਹਨਾਂ ਨੂੰ ਪੁੱਤਰ ਦੀ ਪ੍ਰਾਪਤੀ ਹੁੰਦੀ ਹੈ, ਧਨ ਨਹੀਂ ਹੈ ਧਨ ਦੀ ਪ੍ਰਾਪਤੀ ਹੁੰਦੀ ਹੈ। ਕਹਿਣ ਤੋਂ ਭਾਵ ਕਿ ਜੋ ਕੁਝ ਵੀ ਚਾਹਵੇ, ਹੋਰ ਕੀ ਕਹਿਣਾ ਕਿ ਜੇ ਕੋਈ ਪਰਮਾਰਥ ਦੇ ਵੀ ਕੋਈ ਸੇਵਾ ਸਿਮਰਨ ਜਾਂ ਕੋਈ ਹੋਰ ਸ਼ਕਤੀਆਂ ਰਿੱਧੀਆਂ ਸਿੱਧੀਆਂ ਆਦਿ ਉਹ ਵੀ ਗੁਰੂ ਕੇ ਚਰਨਾਂ ਤੋਂ ਪ੍ਰਾਪਤ ਹੁੰਦੀਆਂ ਹਨ। ਜੇ ਕੋਈ ਨਾਮ ਬਾਣੀ ਦੀ ਦਾਤ ਲਵੇ, ਬ੍ਰਹਮ ਗਿਆਨ ਦੀ ਦਾਤ ਦੇ ਵਾਸਤੇ ਸੇਵਾ ਕਰੇ, ਇੱਛਾ ਕਰੇ ਤੇ ਸਤਿਗੁਰੂ ਮਹਾਰਾਜ ਬ੍ਰਹਮ ਗਿਆਨ ਤੱਕ ਵੀ ਆਪਣੇ ਗੁਰਸਿੱਖਾਂ ਨੂੰ ਬਖਸ਼ਦੇ ਹਨ। ਰਾਖੈ ਹਿੰਦੁਨ ਪੈਜ ਬਿਲੰਦ। ਇਹਨਾਂ ਬ੍ਰਾਹਮਣਾਂ ਨੇ ਸਤਿਗੁਰਾਂ ਦਾ ਜਸ ਸੁਣਿਆ। ਪਹਿਲੇ ਤੇ ਆਪਣੇ ਬ੍ਰਾਹਮਣ ਭਾਈ ਦੇ ਪਾਸੋਂ ਇਹਨਾਂ ਨੇ ਜਸ ਸੁਣਿਆ ਸੀ, ਹੁਣ ਗੁਰਸਿੱਖਾਂ ਦੇ ਪਾਸੋਂ ਸੁਣਿਆ। ਇਹਨਾਂ ਨੂੰ ਬੜਾ ਹੌਸਲਾ ਹੋਇਆ, ਬੜੀ ਧੀਰਜ ਹੋਈ ਕਿ ਸਤਿਗੁਰੂ ਜ਼ਰੂਰ ਸਾਡੇ ਤੇ ਕਿਰਪਾ ਕਰਨਗੇ। ਜੋ ਸਾਡੇ ਧਰਮ ਨੂੰ ਨਸ਼ਟ ਕਰਨ ਤੇ ਦੁਸ਼ਟ ਬਾਦਸ਼ਾਹ ਔਰੰਗਜ਼ੇਬ ਤੁਲਿਆ ਹੋਇਆ ਹੈ ਨਾ, ਔਰ ਬਹੁਤ ਸਾਰੇ ਹਿੰਦੂ ਜਨਤਾ ਨੂੰ ਵੀ ਇਸ ਨੇ ਲਾਲਚ ਦੇ ਕੇ ਜਾਂ ਜ਼ੋਰਾਵਰੀ ਧੱਕੇ ਦੇ ਨਾਲ ਮੁਸਲਮਾਨ ਕਰ ਲਿਆ। ਪਰ ਹੁਣ ਸਤਿਗੁਰੂ ਜ਼ਰੂਰ ਕਿਰਪਾ ਕਰਨਗੇ, ਸਾਡੇ ਡੁੱਬਦੇ ਹੋਏ ਧਰਮ ਨੂੰ ਬਚਾ ਲੈਣਗੇ। ਚੱਲੇ ਪੰਥ ਸਭ ਆਨੰਦਪੁਰ ਕੇ। ਸ੍ਰੀ ਅੰਮ੍ਰਿਤਸਰ ਤੋਂ ਫਿਰ ਇਹ ਸਾਰੇ ਬ੍ਰਾਹਮਣ ਇਕੱਠੇ ਹਨ, ਸ੍ਰੀ ਅਨੰਦਪੁਰ ਸਾਹਿਬ ਨੂੰ ਚੱਲ ਪੈਂਦੇ ਹਨ। ਚਾਹਤ ਚਿਤ ਮੈਂ ਦਰਸ਼ਨ ਗੁਰ ਕੇ। ਸਭ ਦੇ ਮਨ ਦੇ ਵਿੱਚ ਬੜਾ ਚਾਹ ਹੈ ਕਿ ਅਸੀਂ ਜਾ ਕੇ ਹੁਣ ਸਤਿਗੁਰਾਂ ਦੇ ਦਰਸ਼ਨ ਕਰੀਏ। ਜਿਸ ਸਤਿਗੁਰਾਂ ਦੀ ਇੰਨੀ ਵਡਿਆਈ, ਇੰਨਾ ਜਸ ਦੁਨੀਆ ਦੇ ਵਿੱਚ ਫੈਲਿਆ ਹੋਇਆ ਹੈ ਔਰ ਇੰਨੀ ਕਿਰਪਾ ਧਾਰ ਕੇ ਰੱਖਦੇ ਹਨ, ਇੰਨਾ ਪਿਆਰ ਰੱਖਦੇ ਹਨ ਸਿੱਖ ਸੰਗਤਾਂ ਦੇ ਨਾਲ, ਤੇ ਅਸੀਂ ਵੀ ਛੇਤੀ ਜਾ ਕੇ ਉਹਨਾਂ ਦੇ ਦਰਸ਼ਨ ਕਰੀਏ, ਸਾਡੀ ਵੀ ਮਨੋਕਾਮਨਾ ਪੂਰੀ ਹੋ ਜਾਵੇ। ਤਿਖੇ ਬਿਪਾਸਾ ਸੁੰਦਰ ਸਲਤਾ। ਤਾਂ ਬਿਆਸਾ ਦਰਿਆ ਆਦਿ ਇਹ ਲੰਘ ਕੇ ਚਲੇ ਗਏ ਹਨ। ਜਿਸ ਮਹਿ ਨਿਰਮਲ ਜਲ ਬਹੁ ਚਲਤਾ। ਜਿਸ ਦਰਿਆ ਦੇ ਵਿੱਚ ਬੜਾ ਸਵੱਛ ਜਲ ਅੱਠੇ ਪੈਰ ਬਹਿੰਦਾ ਹੀ ਰਹਿੰਦਾ ਹੈ। ਚੜ ਤਰਨੀ ਪਰ ਤੀਰ। ਦਰਿਆ ਨੂੰ ਪਾਰ ਕਰਕੇ ਬੇੜੀ ਤੇ ਬੈਠੇ ਦਰਿਆ ਨੂੰ ਪਾਰ ਕੀਤਾ ਔਰ ਅੱਗੇ ਚਲੇ ਗਏ ਹਨ। ਖਰੇ ਜਾਏ ਭੇ ਦਿਜ ਉਰ ਧੀਰ। ਇਹ ਬ੍ਰਾਹਮਣ ਬੜੀ ਧੀਰਜ ਦੇ ਨਾਲ ਅੱਗੇ ਜਾਂਦੇ ਹਨ। ਦੁਆਬੇ ਦੇਸ਼ ਪੰਥ ਸਭ ਚਾਲੇ।
ਦੁਆਬੇ ਦੇ ਵੱਲ ਅੱਗੇ ਨੂੰ ਜਾ ਰਹੇ ਹਨ। ਦੇਖੀ ਸਤਦਰਵ ਨਦੀ ਵਿਸਾਲੇ, ਤੇ ਸਤਲੁਜ ਦਰਿਆ ਇਹ ਵੀ ਇਹਨਾਂ ਨੇ ਦੇਖਣਾ ਕੀਤਾ। ਤਿਸੈ ਉਲੰਘਤ ਪਹੁੰਚੇ ਜਾਏ, ਜਦ ਇਸ ਤਰ੍ਹਾਂ ਸਾਰਾ ਰਸਤਾ ਤੈਅ ਕਰਕੇ ਉਲੰਘ ਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਨੇੜੇ ਪਹੁੰਚ ਜਾਂਦੇ ਹਨ। ਸੁੰਦਰਪੁਰ ਆਨੰਦ ਜਿਸ ਥਾਏ, ਜਿਸ ਸਥਾਨ ਤੇ ਬੜੀ ਸੁੰਦਰ ਆਨੰਦਾਂ ਦੀ ਪੁਰੀ ਅਨੰਦਪੁਰ ਸਾਹਿਬ ਵਸ ਰਿਹਾ ਹੈ। ਸ਼ੁਭ ਸਥਾਨ ਭਿਖ ਕੀਨਸ ਡੇਰਾ, ਸ਼੍ਰੀ ਅਨੰਦਪੁਰ ਸਾਹਿਬ ਦੇ ਨੇੜੇ ਹੀ ਇਹਨਾਂ ਨੇ ਬੜਾ ਸੋਹਣਾ ਸਥਾਨ, ਖੁੱਲੀ ਜਗ੍ਹਾ ਦੇਖ ਕੇ ਉਸ ਸਥਾਨ ਤੇ ਆਪਣੇ ਡੇਰੇ ਲਾ ਲਏ ਹਨ। ਪੱਗ ਪਖਾਰ ਸ਼ਰਮ ਹਤੇ ਵਡੇਰਾ, ਉਸ ਸਥਾਨ ਤੇ ਆਪਣੇ ਹੱਥ ਪੈਰ ਸਾਫ਼ ਕੀਤੇ, ਹੱਥ ਪੈਰ ਧੋਤੇ ਔਰ ਉੱਥੇ ਕੁਝ ਆਰਾਮ ਕੀਤਾ। ਖਾਨ ਪਾਨ ਕਰ ਨਿਸਮਹਿ ਬਾਸੇ, ਤੇ ਦਿਨ ਦੇ ਵਿੱਚ ਇਸੇ ਸਥਾਨ ਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਨੇੜੇ ਹੀ ਡੇਰਾ ਰੱਖਿਆ ਤੇ ਰਾਤ ਦੇ ਵਕਤ ਇਹਨਾਂ ਨੇ ਭੋਜਨ ਪਾਣੀ ਆਦਿ ਤਿਆਰ ਕਰਕੇ ਛਕਿਆ। ਸੁਪਤ ਜਥਾ ਸੁਖ ਜਾਗਰਤ ਭਏ, ਜਦ ਇਸੇ ਤਰ੍ਹਾਂ ਬੜੀ ਸੁੱਖਾਂ ਦੀ ਰਾਤ ਅੱਜ ਇਹਨਾਂ ਨੇ ਬਤੀਤ ਕੀਤੀ, ਕਿਉਂਕਿ ਕਿੰਨਾ ਸਮਾਂ ਹੋ ਗਿਆ ਸੀ ਇਹਨਾਂ ਨੂੰ ਬੜੀ ਚਿੰਤਾ ਲੱਗੀ ਹੋਈ ਸੀ, ਬੜਾ ਡਰ ਪਿਆ ਹੋਇਆ ਸੀ ਕਿ ਸਾਡੇ ਧਰਮ ਤੇ ਬੜੀ ਭੀੜ ਆਣ ਪਈ ਹੈ, ਵਿਪਤਾ ਆਣ ਪਈ ਹੈ, ਹੁਣ ਕੀ ਬਣੇਗਾ। ਦਿਨ ਰਾਤ ਨੀਂਦ ਨਹੀਂ ਆਉਂਦੀ ਸੀ। ਫਿਰ ਅਮਰਨਾਥ ਦੇ ਮੰਦਿਰ ਦੇ ਵਿੱਚ ਸ਼ਿਵ ਜੀ ਭਗਵਾਨ ਦੀ ਮੂਰਤੀ ਦੇ ਅੱਗੇ ਬੇਨਤੀਆਂ ਕਰਦੇ, ਰੋ ਰੋ ਕੇ ਅਰਜ਼ਾਂ ਕਰਦੇ। ਇਹਨਾਂ ਨੂੰ 7 ਦਿਨ 7 ਰਾਤਾਂ ਬਤੀਤ ਹੋ ਗਈਆਂ, 8ਵਾਂ ਦਿਨ ਸੀ। ਤਾਂ ਅੱਜ ਇਹਨਾਂ ਨੇ ਹੁਣ ਇਸ ਸਥਾਨ ਤੇ ਆ ਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਨੇੜੇ ਇੱਥੇ ਡੇਰਾ ਕੀਤਾ, ਇੱਥੇ ਸੁੱਖਾਂ ਦੀ ਰਾਤ ਬਤੀਤ ਕੀਤੀ ਤੇ ਅਗਲੇ ਦਿਨ ਜਾ ਕੇ ਗੁਰੂ ਮਹਾਰਾਜ ਜੀਆਂ ਦੇ ਦਰਸ਼ਨ ਕਰਾਂਗੇ। ਸੋਚ ਇਸ਼ਨਾਨ ਸਰਬ ਨੇ ਕੀਏ, ਔਰ ਅਗਲਾ ਦਿਨ ਹੋਣ ਤੇ ਸਭ ਨੇ ਉੱਠ ਕੇ ਇਸ਼ਨਾਨ ਪਾਣ ਆਦਿ ਕਰ ਲਿਆ ਹੈ। ਖਟ ਕਰਮੀ ਪ੍ਰਿਯ ਧਰਮ ਚਹੰਤੇ, ਖਟ ਕਰਮੀ ਪੰਡਿਤ ਸਨ ਜੋ ਉਹ ਆਪਣੇ ਧਰਮ ਦੇ ਵਿੱਚ ਬੜੇ ਦ੍ਰਿੜ ਰਹਿਣ ਵਾਲੇ ਸਨ, ਬੜੇ ਆਪਣੇ ਹਿੰਦੂ ਧਰਮ ਦੇ ਵਿੱਚ ਪਰਪੱਕ ਰਹਿਣ ਵਾਲੇ ਸਨ। ਇਹਨਾਂ ਨੇ ਆਪਣੇ ਨਿਤਨੇਮ ਦਾ, ਜਿਸ ਤਰ੍ਹਾਂ ਇਹਨਾਂ ਨੇ ਪੂਜਾ ਪਾਠ ਕਰਨਾ ਹੁੰਦਾ ਸੀ, ਉਹ ਇਸ਼ਨਾਨ ਪਾਣ ਕਰਕੇ ਇਸ ਸਥਾਨ ਤੇ ਕਰਨਾ ਕੀਤਾ। ਕਾਸ ਚੰਦਨ ਕੋ ਤਿਲਕ ਲਗੰਤੇ, ਜੋ ਚੰਦਨ ਆਦਿ ਨੂੰ ਕਸਾ ਕੇ ਇਹਨਾਂ ਦੇ ਵੀ ਤਿਲਕ ਲਾਇਆ ਕਰਦੇ ਸਨ। ਅਨੇਕ ਪ੍ਰਕਾਰਨ ਲੈ ਉਪਹਾਰਾ, ਔਰ ਬਹੁਤ ਸਾਰੀਆਂ ਹੋਰ ਵਸਤੂਆਂ ਲੈ ਕੇ ਆਪਣੀ ਪੂਜਾ ਪਾਠ ਕਰਦੇ। ਪਹੁੰਚੇ ਸਤਿਗੁਰ ਕੇ ਦਰਬਾਰਾ, ਤਾਂ ਇਹ ਸਭ ਕੁਝ ਕਰਨ ਤੋਂ ਬਾਅਦ ਇਹਨਾਂ ਨੇ ਬਹੁਤ ਸਾਰੀਆਂ ਭੇਟਾਵਾਂ ਆਪਣੇ ਹੱਥਾਂ ਦੇ ਵਿੱਚ ਲਈਆਂ ਸਨ। ਬਹੁਤ ਸਾਰੀਆਂ ਭੇਟਾਵਾਂ ਲੈ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਕਰਨ ਦੇ ਵਾਸਤੇ ਚੱਲ ਪਏ ਹਨ। ਫੇਰ ਮੇਵਰੋ ਅੰਤਰ ਗਇਓ, ਜਦ ਸਤਿਗੁਰਾਂ ਦੇ ਮਹਿਲਾਂ ਦੇ ਪਾਸ ਪਹੁੰਚ ਜਾਂਦੇ ਹਨ, ਉਸ ਸਥਾਨ ਤੇ ਜਾ ਕੇ ਸਤਿਗੁਰਾਂ ਦੇ ਦਰ ਤੇ ਇਹਨਾਂ ਨੇ ਅੱਗੇ ਦੇਖਿਆ ਕਿ ਬਹੁਤ ਸਾਰੇ ਸੇਵਾਦਾਰ ਇੱਧਰ ਉੱਧਰ ਸੇਵਾ ਦੇ ਵਿੱਚ ਲੱਗੇ ਹਨ। ਕੋਈ ਕਿਸੇ ਤਰ੍ਹਾਂ ਦੀ ਸੇਵਾ ਕਰ ਰਿਹਾ ਹੈ, ਕੋਈ ਕਿਸੇ ਤਰ੍ਹਾਂ ਦੀ ਸੇਵਾ ਕਰ ਰਿਹਾ ਹੈ। ਗੁਰਸਿੱਖਾਂ ਦਾ ਬੜਾ ਇਕੱਠ ਹੈ ਸ਼੍ਰੀ ਅਨੰਦਪੁਰ ਸਾਹਿਬ। ਤੇ ਇਹਨਾਂ ਨੇ ਪੁੱਛਣਾ ਕੀਤਾ ਤੇ ਜੋ ਮੇਵੜਾ ਸਤਿਗੁਰੂ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਸੀ ਨਾ, ਗੁਰਸਿੱਖਾਂ ਦੀਆਂ ਅਰਦਾਸਾਂ ਬੇਨਤੀਆਂ ਕਰਿਆ ਕਰਦਾ ਸੀ, ਉਸ ਗੁਰਸਿੱਖ ਨੂੰ ਇਹ ਜਾ ਕੇ ਮਿਲਦੇ ਹਨ। ਹਾਥ ਜੋੜ ਕਰ ਬੋਲਤ ਭਇਓ, ਹੱਥ ਜੋੜ ਕੇ ਉਸ ਮੇਵੜੇ ਗੁਰਸਿੱਖ ਨੂੰ ਇਹ ਬ੍ਰਾਹਮਣ ਕਹਿਣ ਲੱਗੇ, ਪ੍ਰਭ ਜੀ ਇਹ ਦੇਸ਼ ਕਸ਼ਮੀਰ। ਔਰ ਬੇਨਤੀਆਂ ਕਰਨ ਲੱਗੇ ਕਿ ਸਤਿਗੁਰਾਂ ਦੇ ਪਾਸ ਬੇਨਤੀ ਕਰੋ ਕਿ ਅਸੀਂ ਕਸ਼ਮੀਰ ਦੇ ਇਲਾਕੇ ਦੇ ਵਿੱਚੋਂ ਬ੍ਰਾਹਮਣ ਇਕੱਠੇ ਹੋ ਕੇ ਆਏ ਹਾਂ। ਤਹਿ ਕੇ ਵਿਪਰ ਖਰੇ ਦਰ ਭੀਰ, ਤਾਂ ਇਸ ਗੁਰਸਿੱਖ ਨੇ ਅੱਗੇ ਜਾ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰ ਦਿੱਤੀ ਕਿ ਸੱਚੇ ਪਾਤਸ਼ਾਹ, ਕਸ਼ਮੀਰ ਦੇ ਬ੍ਰਾਹਮਣ, ਕਸ਼ਮੀਰੀ ਬ੍ਰਾਹਮਣ ਇਕੱਠੇ ਹੋ ਕੇ ਬੜੀ ਭਾਰੀ ਗਿਣਤੀ ਦੇ ਵਿੱਚ ਆਪ ਜੀਆਂ ਦੇ ਦਰਸ਼ਨ ਕਰਨ ਦੇ ਵਾਸਤੇ ਆਏ ਹਨ। ਸਾਰੇ ਦੇ ਸਾਰੇ ਆਪ ਜੀਆਂ ਦੇ ਦਰ ਤੇ ਹੱਥ ਜੋੜ ਕੇ ਖੜੇ ਹਨ। ਦਰਸ਼ਨ ਕੋ ਚਾਹਤ ਉਹ ਆਏ, ਬੇਨਤੀ ਕੀਤੀ ਸੱਚੇ ਪਾਤਸ਼ਾਹ
ਆਪ ਜੀਆਂ ਦੇ ਦਰਸ਼ਨਾਂ ਦੀ ਇੱਛਾ ਰੱਖਦੇ ਹਨ ਕਿ ਅਸੀਂ ਸਤਿਗੁਰਾਂ ਦੇ ਦਰਸ਼ਨ ਕਰਨੇ ਹਨ। ਸੁਮਤਵੰਤ ਪੰਡਿਤ ਸਮੁਦਾਏ ਜੋ ਪੰਡਿਤ ਇਹ ਇਕੱਠੇ ਹੋ ਕੇ ਆਏ ਹਨ ਨਾ, ਸਾਰੇ ਵੱਡੇ ਵੱਡੇ ਵਿਦਵਾਨ ਪੰਡਿਤ ਹਨ। ਸੁਨ ਸ੍ਰੀ ਤੇਗ ਬਹਾਦਰ ਹਸੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਸ ਗੁਰਸਿੱਖ ਦੇ ਪਾਸੋਂ ਸੁਣ ਕੇ ਮੁਸਕਰਾਉਂਦੇ ਹਨ। ਆਵਨ ਦੇਹੋ ਮਹਾ ਦੁੱਖ ਗ੍ਰਸੇ ਸਤਿਗੁਰੂ ਇਸ ਗੁਰਸਿੱਖ ਨੂੰ ਕਹਿਣ ਲੱਗੇ, ਮੁਸਕਰਾ ਕੇ ਸਤਿਗੁਰਾਂ ਬਚਨ ਕੀਤਾ ਕਿ ਭਾਈ ਆਉਣ ਦਿਓ, ਵਿਚਾਰੇ ਇਹ ਬ੍ਰਾਹਮਣ ਬੜੇ ਦੁਖਿਆਰੇ ਹਨ, ਬੜੇ ਦੁਖੀ ਹਨ, ਆਪਣਾ ਦੁੱਖ ਦੂਰ ਕਰਨ ਦੇ ਵਾਸਤੇ ਸਾਡੇ ਪਾਸ ਆਏ ਹਨ। ਸ਼ਿਵ ਕੋ ਲਿਆਏ ਹਮੇ ਹੈ ਸੰਦੇਸ਼ਾ ਤਾਂ ਭਗਵਾਨ ਸ਼ਿਵ ਦਾ ਸੰਦੇਸ਼ਾ ਉਹ ਸਾਡੇ ਪਾਸ ਇਹ ਲੈ ਕੇ ਆਏ ਹਨ। ਜਥਾ ਜਗਤ ਸੁਖ ਲੈ ਹੈ ਵਿਸ਼ੇਸ਼ਾ ਔਰ ਜਿਸ ਤਰ੍ਹਾਂ ਇਹਨਾਂ ਨੂੰ ਵੀ ਸੁੱਖ ਮਿਲੇ, ਇਹਨਾਂ ਦਾ ਵੀ ਦੁੱਖ ਦੂਰ ਹੋਵੇ, ਭਗਵਾਨ ਸ਼ਿਵ ਜੀ ਨੇ ਜੋ ਪੱਤਰਿਕਾ ਇਹਨਾਂ ਦੇ ਪਾਸ ਭੇਜੀ ਸੀ, ਸਿੱਟੀ ਸੀ ਆਕਾਸ਼ ਦੇ ਵਿੱਚੋਂ, ਔਰ ਉਹ ਪੱਤਰਿਕਾ ਇਹ ਲੈ ਕੇ ਆਏ ਸਨ। ਤਾਂ ਉਸ ਪੱਤਰਿਕਾ ਦੇ ਮੁਤਾਬਕ ਇਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆ ਕੇ ਚਰਨੀ ਲੱਗਣਾ ਚਾਹੁੰਦੇ ਹਨ। ਆਪਣਾ ਦੁੱਖ ਦੱਸ ਕੇ ਸਤਿਗੁਰਾਂ ਨੂੰ ਬੇਨਤੀਆਂ ਕਰਕੇ ਆਪਣਾ ਦੁੱਖ ਦੂਰ ਕਰਨ ਦੇ ਵਾਸਤੇ ਇਹ ਬ੍ਰਾਹਮਣ ਮਨ ਦੇ ਵਿੱਚ ਇੱਛਾ ਰੱਖਦੇ ਹਨ। ਸ੍ਰੀ ਨਾਨਕ ਕੋ ਕਮਲਾ ਦਾਸ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦਾ ਇੱਕ ਸੇਵਾਦਾਰ ਭਾਈ ਕਮਲਿਆ ਜੀ, ਉਹ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਰਹਿ ਕੇ ਸੇਵਾ ਕਰਨ ਵਾਲਾ ਸੀ। ਹੁਣ ਜਿਸ ਪ੍ਰਕਾਰ ਅੱਗੇ ਇਹਨਾਂ ਬ੍ਰਾਹਮਣਾਂ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਕਰਨੇ ਹਨ ਔਰ ਆਪਣਾ ਦੁੱਖ ਦੱਸਣਾ ਹੈ ਕਿ ਸੱਚੇ ਪਾਤਸ਼ਾਹ, ਦੁਸ਼ਟ ਬਾਦਸ਼ਾਹ ਔਰੰਗਜ਼ੇਬ ਸਾਡੇ ਧਰਮ ਨੂੰ ਨਸ਼ਟ ਕਰਨ ਤੇ ਤੁਲਿਆ ਹੋਇਆ ਹੈ। ਸਾਡੇ ਡੁੱਬਦੇ ਹੋਏ ਧਰਮ ਨੂੰ ਹੁਣ ਤੁਸੀਂ ਹੀ ਬਚਾ ਸਕਦੇ ਹੋ। ਅਸੀਂ ਤੁਹਾਡੀ ਆਪ ਜੀਆਂ ਦੀ ਸ਼ਰਨ ਤੱਕ ਕੇ ਆਏ ਹਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਇਹਨਾਂ ਨੂੰ ਹੌਸਲਾ ਦੇਣਾ ਹੈ ਅਤੇ ਇਹਨਾਂ ਤੇ ਕਿਰਪਾ ਕਰਨੀ ਹੈ। ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਵੇਗੀ। ਇਉਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਸ੍ਰੀ ਨਾਨਕ ਕੋ ਕਮਲਾ ਦਾਸ ਗਇਓ ਤੋ ਲੈਬੇ ਹਿਤ ਘਾਸ ਸ੍ਰੀ ਨਾਨਕ ਕੋ ਕਮਲਾ ਦਾਸ ਗਇਓ ਤੋ ਲੈਬੇ ਹਿਤ ਘਾਸ हे अच्युत हे पार ब्रह्म अविनाशी